जी आए ਨੂੰ प्यारे विद्यार्थियों 9th क्लास ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 14 ਨੈਚੁਰਲ ਰਿਸੋਰਸਸ ਇਸ ਚੈਪਟਰ ਦੇ ਪੇਜ ਨੰਬਰ 193 ਤੇ ਜਿਹੜੇ 5 ਕੁਐਸਚਨਸ ਨੇ ਉਹ ਕਰਨ ਜਾ ਰਹੇ ਹਾਂ ਇਸ ਵੀਡੀਓ ਵਿੱਚ। ਸੋ ਤੁਸੀਂ ਸਾਰੇ ਨੋਟਬੁੱਕ ਤੇ ਪੈਨ ਲੈ ਲਓ, ਆਨਸਰਸ ਨੂੰ ਕਾਪੀ ਡਾਊਨ ਕਰ ਲਓ ਤੇ ਬਾਅਦ ਵਿੱਚੋਂ ਇਹਨਾਂ ਆਨਸਰਸ ਨੂੰ ਬਿਨਾਂ ਦੇਖੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ। ਤੇ ਇਸੇ ਚੈਨਲ ਦੇ ਉੱਤੇ 9th ਇੰਗਲਿਸ਼ ਗ੍ਰਾਮਰ ਅਤੇ 9th ਮੈਥ ਨੋਟਸ ਦੀਆਂ ਵੀ ਪਲੇਲਿਸਟਾਂ ਹਨ ਤੇ ਤੁਸੀਂ ਉਹਨਾਂ ਪਲੇਲਿਸਟਾਂ ਤੇ ਜਾ ਕੇ ਉਹਨਾਂ ਸਬਜੈਕਟਸ ਨਾਲ ਰਿਲੇਟਡ ਵੀਡੀਓਜ਼ ਵੀ ਦੇਖ ਸਕਦੇ ਹੋ। ਸੋ ਆਓ ਸ਼ੁਰੂ ਕਰੀਏ। Question number 1, how is our atmosphere different from the atmospheres on Venus and Mars? ਸਾਡੇ ਸੋਲਰ ਸਿਸਟਮ ਵਿੱਚ ਬੱਚਿਓ 8 ਪਲੈਨਟ ਹੈਗੇ ਨੇ, ਜਿੱਦਾਂ ਸਾਡਾ ਅਰਥ ਵੀ ਇੱਕ ਪਲੈਨਟ ਹੈ, ਇਸ ਤਰ੍ਹਾਂ ਮਰਕਰੀ ਹੈ, ਵੀਨਸ ਹੈ, ਮਾਰਸ ਹੈ, ਜੂਪੀਟਰ ਹੈ, ਸੈਟਰਨ ਹੈ, ਨੈਪਚੂਨ ਹੈ, ਯੂਰੇਨਸ ਹੈ, ਹਨਾ। ਸੋ ਕਹਿੰਦੇ ਕਿ ਜਿਹੜਾ ਸਾਡਾ ਧਰਤੀ ਦਾ ਐਟਮੋਸਫੀਅਰ ਹੈ, ਆਵਰ ਐਟਮੋਸਫੀਅਰ, ਹਾਊ ਇਜ਼ ਇਟ ਡਿਫਰੈਂਟ ਫਰੋਮ ਦੀ ਐਟਮੋਸਫੀਅਰਸ ਔਨ ਵੀਨਸ ਐਂਡ ਮਾਰਸ। ਸੋ ਬੜਾ ਇੰਪੋਰਟੈਂਟ ਸਵਾਲ ਹੈ। ਦੇਖੋ, ਆਵਰ ਐਟਮੋਸਫੀਅਰ ਇਜ਼ ਦੀ ਬ੍ਰੈਥ ਆਫ ਲਾਈਫ। ਜੋ ਸਾਡਾ ਐਟਮੋਸਫੀਅਰ ਹੈ ਉਹ ਸਮਝੋ ਸਾਡੀ ਜ਼ਿੰਦਗੀ ਦਾ ਸਾਹ ਹੈ, ਸਾਡੀ ਜ਼ਿੰਦਗੀ ਦਾ ਸਵਾਸ ਹੈ, ਸਾਡੀ ਜ਼ਿੰਦਗੀ ਇਹਦੇ ਉੱਤੇ ਨਿਰਭਰ ਕਰਦੀ ਹੈ। ਐਂਡ ਇਜ਼ ਅ ਮਿਕਸਚਰ ਆਫ ਮੈਨੀ ਗੈਸਿਸ। ਤੋ ਐਟਮੋਸਫੀਅਰ ਜਿਹੜਾ ਹੈ ਇਹ 'ਚ ਬਹੁਤ ਸਾਰੀ ਗੈਸਿਸ ਨੇ, ਜਿਹਦੇ ਲਾਈਕ ਨਾਈਟ੍ਰੋਜਨ ਇਹ 78% ਹੈਗੀ ਹੈ, ਆਕਸੀਜਨ 21% ਹੈਗੀ ਹੈ, ਐਂਡ ਕਾਰਬਨ ਡਾਈਆਕਸਾਈਡ 0.04% ਹੈਗੀ ਹੈ, ਵਾਟਰ ਵੇਪਰ ਐਂਡ ਅਦਰ ਗੈਸਿਸ। ਇਹ ਅਦਰ ਔਰ ਗੈਸਿਸ ਦੇ ਵਿੱਚ ਬੱਚਿਓ ਗੈਪ ਨਹੀਂ ਆਇਆ, ਇਹਨੂੰ ਗੈਪ ਦੇ ਦਿਓ, ਠੀਕ ਹੈ, ਸਪੇਸ ਪਾ ਦਿਓ ਇੱਥੇ ਅਦਰ ਤੇ ਗੈਸਿਸ ਦੇ ਵਿੱਚ। ਮੇਰੇ ਵਾਟਰ ਵੇਪਰ ਵੀ ਹੈਗੇ ਨੇ ਤੇ ਸਮ ਅਦਰ ਗੈਸਿਸ। ਦੀ ਕੰਪੋਜੀਸ਼ਨ ਆਫ ਏਅਰ, ਦਿਸ ਕੰਪੋਜੀਸ਼ਨ ਜਿਹੜਾ ਕੰਪੋਜੀਸ਼ਨ ਹੈ ਇਹ ਅਨੁਪਾਤ ਹੈ, ਨਾਈਟ੍ਰੋਜਨ 78%, ਆਕਸੀਜਨ 21%, ਕਾਰਬਨ ਡਾਈਆਕਸਾਈਡ ਇੰਨਾ। ਦਿਸ ਕੰਪੋਜੀਸ਼ਨ ਆਫ ਏਅਰ ਇਜ਼ ਸਪੋਰਟਿਵ ਆਫ ਲਾਈਫ ਔਨ ਅਰਥ। ਅਰਥਾਤ ਇਹ ਧਰਤੀ ਦੇ ਉੱਤੇ ਜ਼ਿੰਦਗੀ ਦਾ ਸਹਾਰਾ ਹੈ, ਇਹਨਾਂ ਜ਼ਿੰਦਗੀ ਮੁਮਕਿਨ ਹੈ, ਪੋਸੀਬਲ ਹੈ। ਹਾਊਐਵਰ ਪਰ the atmospheres on Venus and Mars constitute up to 95 to 97% carbon dioxide. ਇੱਥੇ ਕਾਰਬਨ ਡਾਈਆਕਸਾਈਡ ਹੈ ਸਿਰਫ 0.04% ਤੇ 95 to 97% ਇੱਥੇ ਬੰਦਾ ਜਾਏਗਾ ਤੇ ਕੁਝ ਸਕਿੰਟਾਂ ਵਿੱਚ ਹੀ ਖਤਮ ਹੋ ਜਾਏਗਾ, ਮਰ ਜਾਏਗਾ। ਸੋ ਇਹਦੇ ਤੇ ਬੰਦਾ ਕੋਈ ਵੀ ਇਨਸਾਨ, ਕੋਈ ਵੀ ਜੀਵ, ਇਨਸਾਨ ਤੇ ਛੱਡੋ, ਕੋਈ ਵੀ ਜੀਵ ਜੋ ਆਕਸੀਜਨ ਤੇ ਜਿਉਂਦਾ ਹੈ ਉਹ ਨਹੀਂ ਰਹਿ ਸਕਦਾ। That is why there is no life on these planets. ਇसी ਕਰਕੇ ਵੀਨਸ ਤੇ ਮਾਰਸ ਦੇ ਉੱਤੇ ਕੋਈ ਲਾਈਫ ਨਹੀਂ ਹੈ, ਕਿਉਂਕਿ the atmosphere on Venus and Mars is not supportive of life. ਠੀਕ ਹੈ, ਅੱਗੇ ਚਲੀਏ। Question number 2, how does the atmosphere act as a blanket? Blanket ਹੁੰਦਾ ਕੰਬਲ। ਜਿਹੜਾ ਐਟਮੋਸਫੀਅਰ ਹੈ ਇਹ ਇੱਕ ਕੰਬਲ ਦੀ ਤਰ੍ਹਾਂ ਕਿਵੇਂ ਕੰਮ ਕਰਦਾ ਹੈ। ਸੋ ਦੇਖੀਏ, the atmosphere acts as a blanket by keeping the average temperature of the earth fairly steady. जो एवरेज टेम्परेचर है धरती का पूरी दुनिया विच ਉਹਨੂੰ fairly steady, बहुत ज़्यादा वेरिएशन नहीं ਹੁੰਦਾ ਇਹ 'ਚ at all the times, ठीक है, हर समय। it prevents the sudden increase in temperature during the daylight hours. ਜਦੋਂ ਦਿਨ ਸੂਰਜ ਚੜ੍ਹਿਆ ਹੁੰਦਾ ਬਹੁਤ ਜ਼ਿਆਦਾ ਟੈਂਪਰੇਚਰ ਹੋਣ ਤੋਂ ਬਚਾਉਂਦਾ ਹੈ ਇਹ ਐਟਮੋਸਫੀਅਰ। And during the night ਅਤੇ ਰਾਤ ਵੇਲੇ it slows down the escape of heat into outer space. ਤੇ ਇਹ ਹੀਟ ਰਿਫਲੈਕਟ ਹੋ ਕੇ ਜਿਹੜੇ ਸਪੇਸ ਵਿੱਚ ਜਾਂਦੀ ਹੈ ਉਦੋਂ ਐਟਮੋਸਫੀਅਰ ਇਸ ਹੀਟ ਨੂੰ ਟਰੈਪ ਕਰ ਲੈਂਦਾ ਹੈ, ਤਾਂ ਕਿ ਫਿਰ ਧਰਤੀ ਠਰਦੀ ਨਹੀਂ ਹੈਗੀ। ਧਰਤੀ ਰਾਤ ਵੇਲੇ ਵੀ ਥੋੜੀ ਨਿੱਘੀ ਰਹਿੰਦੀ ਹੈ ਤੇ ਦਿਨ ਵੇਲੇ ਇਹੀ ਹਵਾ ਜਿਹੜੀ ਹੈ ਉਸ ਗਰਮੈਸ਼ ਨੂੰ ਵੀ ਟਰੈਪ ਕਰਦੀ ਹੈ ਤੇ ਜ਼ਿਆਦਾ ਗਰਮ ਨਹੀਂ ਹੋਣ ਦਿੰਦੀ। ਕਹਿੰਦੇ it happens because air is a bad conductor of heat. ਇਹ ਕਿਉਂ ਹੁੰਦਾ ਹੈ? ਕਿਉਂਕਿ ਹਵਾ ਵਿੱਚ ਇੱਕ ਗੁਣ ਹੈ कि it is a poor conductor of heat. ਇਹ ਗਰਮੀ ਦੀ ਚਾਲਕ ਨਹੀਂ ਹੈ। air is a bad conductor of heat. This is the reason that atmosphere acts as a blanket, because it keeps the ambient temperature of the earth within reasonable range. ठीक है, आगे चलिए। Question number 3, what causes winds? Winds माने तेज हवा। तेज हवा किहदे करके हुंदी है? सो वट इज विंड, पहले एक लाइन चाहे देख लीजिए। एयर इन मोशन इज कॉल्ड विंड। हवा तो साडे आले दुआले है, जो हवा वग रही हुंदी है। सो विंड की जो परिभाषा है, वगदी हुई हवा नूं विंड कहा जाता है, ठीक है। विंड्स आर कॉज्ड बाय द अनईवन माने ना बराबर हीटिंग ऑफ द एटमोसफीयर इन डिफरेंट रीजनस ऑफ द अर्थ। अर्थ भावें एक प्लैनेट हैगी है पर ये अलग अलग रीजन ने,
किते मारूथल है, किते समुंदर है, किते पहाड़ ने, किते जंगल ने। ते सारे एरिए जिहड़े ने भावें इक्को जिहा सूरज पै रिहा होवे, इन्हां दी गरमैश इक्को ਜਿਹੀ नहीं हुंदी, इक्को लैवल ते गर्म नहीं हुंदे। अनईवन हीटिंग, बराबर दी हीटिंग नहीं हुंदी इहदी। ऑफ डिफरेंट रीजनस ऑफ द अर्थ, लैंड गैट्स हीटिड फास्टर दैन वाटर। ਜਿਹੜਾ ਜ਼ਮੀਨ ਹੈਗੀ ਹੈ ਉਹ ਛੇਤੀ ਤਪਦੀ ਹੈ ਤੇ ਉਹ ਜ਼ਮੀਨ ਦੇ ਲਾਗੇ ਜਿਹੜਾ ਸਮੁੰਦਰੀ ਪਾਣੀ ਹੋਏਗਾ ਉਹ ਇੰਨਾ ਨਹੀਂ ਤਪੇਗਾ, ਠੀਕ ਹੈ। ਦੀ ਏਅਰ ਓਵਰ ਲੈਂਡ ਵੁੱਡ ਆਲਸੋ ਬੀ ਹੀਟਡ ਫਾਸਟਰ ਦੈਨ ਦੀ ਏਅਰ ਓਵਰ ਵਾਟਰ ਬੋਡੀਜ਼, ਕਿਉਂਕਿ ਧਰਤੀ ਜ਼ਿਆਦਾ ਗਰਮ ਹੋਈ, ਇਸ ਕਰਕੇ ਧਰਤੀ ਉੱਪਰਲੀ ਹਵਾ ਜਿਹੜੀ ਹੈ ਉਹ ਜ਼ਿਆਦਾ ਗਰਮ ਹੁੰਦੀ ਹੈ, ਇਸੇ ਤਰ੍ਹਾਂ ਪਾਣੀ ਉੱਪਰਲੀ ਹਵਾ ਉਹ ਘੱਟ ਗਰਮ ਹੁੰਦੀ ਹੈ। ਫਿਰ ਕਹਿੰਦੇ ਔਨ ਬੀਇੰਗ ਹੀਟਡ ਕਨਵੈਕਸ਼ਨ ਕਰੰਟਸ ਆਰ ਸੈਟ ਅਪ ਇਨ ਦੀ ਏਅਰ ਰਿਜ਼ਲਟਿੰਗ ਇਨ ਵਿੰਡਸ। ਸੋ ਜਦੋਂ ਇਹਦਾ ਹੀਟਿੰਗ ਹੁੰਦੀ ਹੈ, ਅਨਈਵਨ ਹੀਟਿੰਗ ਹੁੰਦੀ ਹੈ, ਉਹਦੇ ਨਾਲ ਕਨਵੈਕਸ਼ਨ ਕਰੰਟਸ ਜਿਹੜੇ ਪੈਦਾ ਹੁੰਦੇ ਨੇ, ਅਰਥਾਤ ਜਿਹੜੀ ਹਵਾ ਠੰਡੀ ਹੈ ਉਹ ਗਰਮ ਹਵਾ ਵੱਲ ਵਗਦੀ ਹੈ। ਗਰਮ ਹਵਾ ਵਿੱਚ ਪ੍ਰੈਸ਼ਰ ਘਟ ਜਾਂਦਾ ਹੈ, ਠੰਡੀ ਹਵਾ 'ਚ ਪ੍ਰੈਸ਼ਰ ਜ਼ਿਆਦਾ ਹੁੰਦਾ ਹੈ, ਤੇ ਹਵਾ ਜਿਹੜੇ ਠੰਡੇ ਇਲਾਕੇ ਤੋਂ ਗਰਮ ਇਲਾਕੇ ਜਾਂਦੀ ਹੈ, ਉਸ ਹਵਾ ਦੇ ਵਹਾਵ ਨੂੰ ਕਿਹਾ ਜਾਂਦਾ ਹੈ ਵਿੰਡਸ, ਰਿਜ਼ਲਟਿੰਗ ਇਨ ਵਿੰਡਸ, ਉਹ ਕਨਵੈਕਸ਼ਨ ਕਰੰਟ ਹੁੰਦੇ ਨੇ। ਸੋ ਦਿਸ ਇਜ਼ ਹਾਊ ਦੀ ਵਿੰਡਸ ਆਰ ਕੌਜ਼ਡ, ਠੀਕ ਹੈ। ਅੱਗੇ ਚਲੀਏ, क्वेश्चन नंबर 4, हाउ आर क्लाउड्स फॉर्मड, ਬੱਦਲ ਕਿਵੇਂ ਬਣਦੇ ਹਨ। ਦੇਖੋ ਬੱਚੇ ਬੜੀਆਂ ਰੋਚਕ ਇਹ ਗੱਲਾਂ ਨੇ, ਵਿਗਿਆਨ ਦੇ ਰਾਹੀਂ ਸਾਨੂੰ ਕਿੰਨੀ ਗੱਲਾਂ ਦਾ ਪਤਾ ਲੱਗਦਾ ਹੈ। ਹੁਣ ਸਾਰੇ ਲੋਕ ਬੱਦਲ ਦੇਖਦੇ ਨੇ, ਪਰ ਸਾਰਿਆਂ ਨੂੰ ਨਹੀਂ ਪਤਾ ਬੱਦਲ ਕਿਵੇਂ ਬਣਦੇ ਨੇ। ਜੋ ਪੜ੍ਹਦੇ ਨੇ, ਲਿਖਦੇ ਨੇ, ਵਿਚਾਰਦੇ ਨੇ, ਉਹਨੂੰ ਪਤਾ ਲੱਗਦਾ ਬੱਦਲ ਕਿਵੇਂ ਬਣਦੇ ਨੇ। ਆਓ ਦੇਖੀਏ, ਵਾਟਰ ਵੇਪਰ ਐਂਟਰਸ ਦੀ ਐਟਮੋਸਫੀਅਰ ਵੈਨ ਵਾਟਰ ਬੋਡੀਜ਼ ਗੈਟ ਹੀਟਡ ਡਿਊਰਿੰਗ ਦੀ ਡੇ। ਅਰਥਾਤ ਪਾਣੀ ਦੀ ਜੋ ਭਾਪ ਹੈ, ਪਾਣੀ ਦੀ ਜੋ ਗੈਸ ਹੈ, ਵਾਟਰ ਵੇਪਰ ਹੈ, ਉਹ ਵਾਤਾਵਰਣ ਵਿੱਚ ਪ੍ਰਵੇਸ਼ ਕਰਦੀ ਹੈ ਜਦੋਂ ਵਾਟਰ ਬੋਡੀਜ਼ ਕੀ ਹੁੰਦਾ ਬੱਚੇ? ਵਾਟਰ ਬੋਡੀਜ਼ ਸਾਂਝਾ ਨਾਮ ਹੈ ਨਦੀਆਂ ਲਈ, ਛੱਪੜਾਂ ਲਈ, ਨਹਿਰਾਂ ਲਈ, ਸਮੁੰਦਰ ਲਈ, ਝਰਨਿਆਂ ਲਈ, ਝੀਲਾਂ ਲਈ, ਇਹਨੂੰ ਕਿਹਾ ਜਾਂਦਾ ਵਾਟਰ ਬੋਡੀਜ਼। ਜਿੱਥੇ ਜਿੱਥੇ ਪਾਣੀ ਦੇ ਸੋਮੇ ਨੇ, ਉਹਨਾਂ 'ਚੋਂ ਪਾਣੀ ਦਿਨ ਵਿੱਚ ਵਾਸ਼ਪੀਕਰਨ ਹੁੰਦਾ ਹੈ, ਵੈਪੋਰਾਈਜ਼ ਹੁੰਦਾ ਹੈ, ਤੇ ਉਹ ਭਾਪ ਬਣਦਾ ਹੈ, ਠੀਕ ਹੈ। ਦੀ ਏਅਰ ਲੇਡਨ ਵਿਦ ਵਾਟਰ ਵੇਪਰ, ਜਿਹੜੀ ਹਵਾ ਹੈ ਉਹ ਇਸ ਤਰ੍ਹਾਂ ਵਾਟਰ ਵੇਪਰ ਨਾਲ ਲੱਦੀ ਹੋਈ ਆਲਸੋ ਗੈਟਸ ਹੀਟਡ, ਜਦੋਂ ਪਾਣੀ ਦਾ ਵੇਪਰ ਬਣਦਾ ਪਿਆ ਤੇ ਹਵਾ ਵੀ ਗਰਮ ਹੋ ਰਹੀ ਹੈ, ਐਂਡ ਰਾਈਜ਼ਿਸ, ਉਹ ਗਰਮ ਹਵਾ ਜਿਹੜੀ ਹੈ ਵਾਟਰ ਵੇਪਰ ਨਾਲ ਲੱਦੀ ਹੋਈ ਉੱਪਰ ਉੱਠਦੀ ਹੈ। ਐਜ਼ ਦੀ ਏਅਰ ਰਾਈਜ਼ਿਸ ਇਟ ਐਕਸਪੈਂਡਸ ਐਂਡ ਕੂਲਸ, ਤੇ ਜਿਵੇਂ ਜਿਵੇਂ ਹਵਾ ਉੱਪਰ ਉੱਠਦੀ ਹੈ ਉੱਤੇ ਪ੍ਰੈਸ਼ਰ ਘਟਦਾ ਜਾਂਦਾ ਹੈ, ਹਵਾ ਦਾ ਪ੍ਰੈਸ਼ਰ ਘਟਦਾ ਤੇ ਉਹ ਐਕਸਪੈਂਡ ਹੁੰਦੀ ਹੈ, ਫੈਲਦੀ ਹੈ, ਤੇ ਫੈਲਣ ਦੇ ਨਾਲ ਉਹ ਠੰਡੀ ਹੁੰਦੀ ਹੈ। This cooling causes the water vapor in the air to condense in the form of tiny droplets. ਉਹ ਜਿਹੜੀ ਕੂਲਿੰਗ ਹੈ ਉਹਨਾਂ ਜਿਹੜੀ ਭਾਫ ਬਣੀ ਹੁੰਦੀ ਹੈ, ਪਾਣੀ ਦਾ ਵੇਪਰ ਹੁੰਦਾ ਹੈ, ਉਹ ਠੰਡਾ ਹੋਣ ਕਰਕੇ ਬਹੁਤ ਬਰੀਕ ਬਰੀਕ ਨਿੱਕੀਆਂ ਨਿੱਕੀਆਂ ਬੂੰਦਾਂ ਬਣ ਜਾਂਦੀਆਂ ਨੇ। ਤੇ ਦੀ ਵਿਜ਼ੀਬਲ ਕਲੈਕਸ਼ਨ ਆਫ ਥੀਸ ਡ੍ਰੌਪਲੇਟਸ ਇਜ਼ ਅ ਕਲਾਊਡ। ਤੇ ਜਦੋਂ ਇੱਦਾਂ ਲੱਖਾਂ ਦੀ ਤਾਦਾਦ ਵਿੱਚ ਬੂੰਦਾਂ ਨਾਲ ਜੁੜ ਕੇ ਇਕੱਠੀਆਂ ਹੁੰਦੀਆਂ ਨੇ ਤੇ ਉਹ ਸਾਨੂੰ ਬੱਦਲ ਦੇ ਰੂਪ ਵਿੱਚ ਨਜ਼ਰ ਆਉਂਦੀਆਂ ਨੇ। ਸੋ ਬੱਚਿਓ, ਬੱਦਲ ਹੋਰ ਕੁਝ ਨਹੀਂ ਹੈਗੇ, ਇਹ ਲੱਖਾਂ ਦੀ, ਕਰੋੜਾਂ ਦੀ ਗਿਣਤੀ ਵਿੱਚ ਨਿੱਕੀਆਂ ਨਿੱਕੀਆਂ ਬੂੰਦਾਂ ਨਾਲ ਜੁੜੀਆਂ ਹੋਈਆਂ ਹਨ, ਜੋ ਹਵਾ ਦੇ ਵਿੱਚ ਲਟਕੀਆਂ ਹੋਈਆਂ ਹਨ, ਹਵਾ ਦੇ ਵਿੱਚ ਤਰਦੀਆਂ ਹੋਈਆਂ ਹਨ। ਸੋ ਬੱਚਿਓ ਯਾਦ ਰੱਖਣਾ, ਕਲਾਊਡਸ ਆਰ ਨਥਿੰਗ ਬਟ ਟਾਈਨੀ ਡ੍ਰੌਪਲੇਟਸ ਆਫ ਵਾਟਰ। ਇੱਦਾਂ ਮਤਲਬ ਕਿ ਬੱਦਲ ਬਣਦੇ ਹਨ। ਹੁਣ ਅਗਲਾ ਸਵਾਲ ਦੇਖੀਏ, ਕੁਐਸਚਨ ਨੰਬਰ 5, ਆਖਰੀ ਕੁਐਸਚਨ। ਕਹਿੰਦੇ ਲਿਸਟ ਐਨੀ 3 ਹਿਊਮਨ ਐਕਟੀਵਿਟੀਜ਼ that you think would lead to air pollution। ਕਹਿੰਦੇ ਇਹੋ ਜਿਹੀਆਂ ਕੋਈ 3 ਮਨੁੱਖੀ ਗਤੀਵਿਧੀਆਂ ਲਿਖੋ ਜਿਹਦੇ ਕਰਕੇ ਹਵਾ ਦਾ ਪ੍ਰਦੂਸ਼ਣ ਹੋ ਸਕਦਾ ਹੈ। ਸੋ ਬੱਚੇ ਮੈਂ ਤੁਹਾਡੇ ਲਈ 4 ਲਿਖ ਦਿੱਤੀਆਂ, ਤੁਹਾਡੇ ਲਈ ਸੌਖਾ ਹੋ ਜਾਏਗਾ, ਤੁਸੀਂ ਚਾਰੋਂ ਯਾਦ ਕਰ ਲਓ, ਤੇ ਜਿਹੜੇ ਪੇਪਰ 'ਚ ਆਉਣਗੀਆਂ 2 ਜਾਂ 3 ਲਿਖਣਾ ਤਾਂ 3 'ਚੋਂ ਕੋਈ, 4 'ਚੋਂ ਕੋਈ ਵੀ 3 ਲਿਖ ਦਿਓ, ਠੀਕ ਹੈ। ਸੋ 3 ਹਿਊਮਨ ਐਕਟੀਵਿਟੀਜ਼ ਲੀਡਿੰਗ ਟੂ ਏਅਰ ਪੋਲਿਊਸ਼ਨ ਆਰ, ਇੱਕ ਤਾਂ ਬਰਨਿੰਗ ਆਫ ਫੋਸਿਲ ਫਿਊਲਸ ਲਾਈਕ ਕੋਲ ਐਂਡ ਪੈਟਰੋਲੀਅਮ, ਕੋਲੇ ਨੂੰ ਬਾਲਣਾ, ਪੈਟਰੋਲੀਅਮ ਨੂੰ ਬਾਲਣਾ, ਇਹਦੀ ਬਰਨਿੰਗ ਕਰਨੀ, ਇਹਨੂੰ ਸਾੜਨਾ, ਇਹਨਾਂ 'ਚੋਂ ਵੀ ਗੈਸਾਂ ਨਿਕਲਦੀਆਂ, ਨਾਈਟ੍ਰੋਜਨ ਡਾਈਆਕਸਾਈਡ, ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਇਹ ਸਾਰੀਆਂ ਗੈਸਾਂ ਪ੍ਰਦੂਸ਼ਣ ਕਰਦੀਆਂ ਨੇ। ਫਿਰ ਇੰਡਸਟਰੀਅਲ ਐਮਿਸ਼ਨਸ, ਬਹੁਤ ਸਾਰੀਆਂ ਫੈਕਟਰੀਆਂ, ਇੰਡਸਟਰੀਆਂ 'ਚ ਚਿਮਨੀਆਂ ਦੇਖੋ, ਉਹਨਾਂ 'ਚੋਂ ਧੂੰਆਂ ਨਿਕਲਦਾ ਹੈ, ਉਹ 'ਚ ਵੀ ਗੈਸਾਂ ਹੁੰਦੀਆਂ, ਸੋ ਇੰਡਸਟਰੀਅਲ ਐਮਿਸ਼ਨਸ ਹੋ ਗਿਆ। ਫਿਰ ਕੰਸਟਰਕਸ਼ਨ ਐਂਡ ਡਿਮੋਲੀਸ਼ਨ, ਇਹ ਕੰਸਟਰਕਸ਼ਨ, ਬਿਲਡਿੰਗਾਂ ਤੋੜੀਆਂ ਜਾਂਦੀਆਂ, ਬਣਾਈਆਂ ਜਾਂਦੀਆਂ, ਜੋ ਸੀਮੈਂਟ, ਰੇਤਾ, ਬਦਰਪੁਰ, ਮਿੱਟੀ, ਘੱਟਾ ਉੱਡ ਉੱਡ ਕੇ ਜਾਂਦਾ ਹੈ। ਤੁਸੀਂ ਜਾਣਦੇ ਹੋ ਬੱਚਿਓ, ਜਦੋਂ ਪਿੱਛੇ ਜੇ ਸਿਆਲ 'ਚ ਨਹੀਂ ਪੋਲਿਊਸ਼ਨ ਬੜਾ ਸੀਗਾ, ਤੇ ਸਰਕਾਰਾਂ ਨੇ ਕਿਹਾ ਵੀ ਇਹ ਇੰਨੇ ਦਿਨ ਜਿਹੜਾ ਹੈ ਠੰਡ ਦੇ ਵਿੱਚ ਪੋਲਿਊਸ਼ਨ ਜਿਹੜੇ ਬਹੁਤ ਜ਼ਿਆਦਾ ਵਧ ਗਿਆ, ਤੇ ਉਹਨਾਂ ਨੇ ਜਿਹੜੀ ਬਿਲਡਿੰਗਾਂ ਦੀ ਕੰਸਟਰਕਸ਼ਨ ਤੇ ਰੋਕ ਲਗਾ ਦਿੱਤੀ ਸੀ। ਅਰਥਾਤ ਬਿਲਡਿੰਗਾਂ ਦੀ ਕੰਸਟਰਕਸ਼ਨ ਜਿਹੜੀ ਹੈ, ਕੋਈ ਪੁਲ ਬਣਨੇ, ਵੱਡੀ ਵੱਡੀ ਬਿਲਡਿੰਗਾਂ ਬਣਨੀਆਂ,
ਇਹਨਾਂ ਜਿਹੜੀ ਤੋੜ-ਫੋੜ ਹੁੰਦੀ ਹੈ ਉਹਦੇ ਨਾਲ ਵੀ ਪੋਲਿਊਸ਼ਨ ਹੁੰਦਾ ਹੈ। ਠੀਕ ਹੈ। ਫਿਰ ਟਰਾਂਸਪੋਰਟੇਸ਼ਨ ਬੜਾ ਵੱਡਾ ਕਾਰਨ ਹੈ, ਕਿਉਂਕਿ ਇਹ 'ਚ ਵਹੀਕਲਸ, ਟਰੱਕ, ਬੱਸਾਂ, ਕਾਰਾਂ, ਸਕੂਟਰ, ਪਲੇਨਸ, ਹਵਾਈ ਜਹਾਜ਼, ਸ਼ਿਪਸ, ਇਹ ਸਾਰਿਆਂ ਵਿੱਚ ਜਿਹੜੇ ਫਿਊਲ ਬਲਦਾ ਹੈ, ਡੀਜ਼ਲ ਬਲਦਾ ਹੈ ਤੇ ਐਗਜ਼ੌਸਟ ਦੇ ਵਿੱਚੋਂ ਧੂੰਆਂ ਨਿਕਲਦਾ ਹੈ, ਜਿਸ 'ਚ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਨੇ, ਉਹ ਸਾਰੀਆਂ ਵਾਤਾਵਰਨ ਜਾਂਦੀਆਂ ਨੇ ਤੇ ਵਾਤਾਵਰਨ ਦਾ ਪ੍ਰਦੂਸ਼ਣ ਹੁੰਦਾ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ ਪੇਜ ਨੰਬਰ 193 ਦੇ 5 ਕੁਐਸਚਨਸ ਐਂਡ ਆਨਸਰਸ। ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਮਿਹਨਤ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।